ਮੇਰੇ ਬਹੁਤ ਹੀ ਪਿਆਰੇ ਸਟੂਡੈਂਟਸ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਕੁਲਬੀਰ ਖਿਆਲਾ, ਲੈਕਚਰਰ ਪੋਲੀਟੀਕਲ ਸਾਇੰਸ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਮਾਲ ਅੰਮ੍ਰਿਤਸਰ ਤੋਂ ਆਪਣੇ ਸਟੂਡੈਂਟਸ ਦਾ ਤੇ ਟੀਚਰ ਸਹਿਬਾਨ ਦਾ ਵੈਲਕਮ ਕਰਦੀ ਹਾਂ। ਸਟੂਡੈਂਟਸ, ਅੱਜ ਮੈਂ ਲੈ ਕੇ ਆਈ ਹਾਂ +2 ਦਾ ਪੋਲੀਟੀਕਲ ਸਾਇੰਸ ਦਾ ਟੌਪਿਕ ਹੈ। ਸੋ ਤੁਸੀਂ ਸਲਾਈਡ ਦੇਖ ਰਹੇ ਹੋ ਸਾਹਮਣੇ। ਅੱਜ ਅਸੀਂ ਜਾਣਾਂਗੇ, ਬਹੁਤ ਹੀ ਇੰਪੋਰਟੈਂਟ ਟੌਪਿਕ ਹੈ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਸੰਯੁਕਤ ਰਾਸ਼ਟਰ ਸੰਘ ਦੇ ਬਾਰੇ ਅੱਜ ਅਸੀਂ ਗੱਲ ਕਰਨੀ ਹੈ। +2 ਪੋਲੀਟੀਕਲ ਸਾਇੰਸ ਦਾ ਬੱਚਿਓ ਇਹ ਟੌਪਿਕ ਹੈ। ਔਰ ਅੱਜ ਅਸੀਂ ਜਾਣਾਂਗੇ ਕਿ ਸੰਯੁਕਤ ਰਾਸ਼ਟਰ ਸੰਘ ਕੀ ਹੈ, ਇਹ ਕਿਉਂ ਹੋਂਦ ਵਿੱਚ ਆਇਆ, ਇਸ ਦੀ ਬਣਤਰ ਕੀ ਹੈ ਤੇ ਇਸ ਦੇ ਆਬਜੈਕਟਿਵ ਤੇ ਇੰਪੋਰਟੈਂਸ ਬਾਰੇ ਗੱਲ ਕਰਨੀ ਹੈ। So today's topic is need, objectives, composition and importance of United Nations Organization। +2 political science ਦਾ ਟੌਪਿਕ ਹੈ ਸੰਯੁਕਤ ਰਾਸ਼ਟਰ ਸੰਘ। ਇਸ ਦੀ ਬਣਤਰ ਕੀ ਹੈ, ਇਸ ਦੀ ਲੋੜ ਕਿਉਂ ਪਈ, ਇਹਦੀ ਇੰਪੋਰਟੈਂਸ ਤੇ ਆਬਜੈਕਟਿਵਸ ਕੀ ਹਨ। ਸੋ ਸਟੂਡੈਂਟਸ, ਆਪਣੇ ਟੌਪਿਕ ਵੱਲ ਵਧਦੇ ਹਾਂ। ਇੰਟਰੋਡਕਸ਼ਨ, ਭੂਮਿਕਾ। ਸਟੂਡੈਂਟਸ, ਜਿਸ ਤਰ੍ਹਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਿਹੜਾ ਮਨੁੱਖ ਹੈ ਉਹ ਇੱਕ ਸਮਾਜਿਕ ਪ੍ਰਾਣੀ ਹੈ ਤੇ ਉਹਦਾ ਸਮਾਜ ਵਿੱਚ ਰਹਿ ਕੇ ਹੀ ਵਿਕਾਸ ਹੋ ਸਕਦਾ ਹੈ। ਉਹ ਇਕੱਲਾ ਆਪਣਾ ਆਲਰਾਊਂਡ ਵਿਕਾਸ ਕਦੀ ਵੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਹੀ ਦੁਨੀਆ ਭਰ ਦੇ ਦੇਸ਼ ਹਨ ਤੇ ਅੱਜ ਦੇ ਸਮੇਂ ਵਿੱਚ ਜਿਹੜੇ ਦੇਸ਼ ਹਨ ਉਹ ਅਲੱਗ-ਅਲੱਗ ਰਹਿ ਕੇ ਆਪਣਾ ਵਿਕਾਸ ਨਹੀਂ ਕਰ ਸਕਦੇ। ਦੇਸ਼ਾਂ ਨੂੰ ਵਿਕਾਸ ਵਾਸਤੇ ਇੱਕ ਦੂਸਰੇ ਦੇਸ਼ ਤੇ ਨਿਰਭਰ ਹੋਣਾ ਪੈਂਦਾ ਹੈ। ਸੋ ਕੀ ਹੈ, ਉਹ ਦੇਸ਼ਾਂ ਦੇ, ਦੁਨੀਆ ਦੇ ਦੇਸ਼ਾਂ ਦੇ ਵਿਕਾਸ ਲਈ ਕਿਸੇ ਨਾ ਕਿਸੇ ਸਾਂਝੇ ਪਲੇਟਫਾਰਮ ਦੀ ਲੋੜ ਹੁੰਦੀ ਹੈ, ਜਿਸ ਦੇ ਨਾਲ ਕਿ ਸਾਰੇ ਦੇਸ਼ ਜਿਹੜੇ ਹਨ ਉਹ ਇਕਜੁੱਟ ਹੋ ਕੇ ਇੱਕ ਦੂਜੇ ਕੋਲੋਂ ਹੈਲਪ ਲੈ ਕੇ ਤੇ ਆਪਣੀ ਜਿਹੜੀ ਪ੍ਰੋਗਰੈਸ ਹੈ ਉਹ ਕਰ ਸਕਦੇ ਹਨ। ਸੋ ਇਸ ਕਰਕੇ ਵੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਜਿਹੜੀ ਹੈ, ਅੰਤਰਰਾਸ਼ਟਰੀ ਮਤਲਬ ਸੰਯੁਕਤ ਰਾਸ਼ਟਰ ਸੰਘ ਜਿਹੜਾ ਹੈ ਉਹ ਬਣਾਇਆ ਗਿਆ ਤਾਂ ਕਿ ਜਿਹੜੇ ਦੇਸ਼ ਹਨ, ਦੁਨੀਆ ਦੇ ਦੇਸ਼ ਹਨ, ਉਹ ਤਰੱਕੀ ਕਰ ਸਕਣ। ਇਸ ਤੋਂ ਇਲਾਵਾ ਸਟੂਡੈਂਟਸ, 1914 ਤੋਂ 1918 ਤੱਕ ਪਹਿਲਾ ਵਿਸ਼ਵ ਯੁੱਧ ਹੋਇਆ, ਫਸਟ ਵਰਲਡ ਵਾਰ ਹੋਈ, ਜਿਸ ਨੇ ਕਿ ਭਿਆਨਕ ਤਬਾਹੀ ਜਿਹੜੀ ਸੀ ਉਹ ਮਚਾਈ ਔਰ ਮਨੁੱਖੀ ਜਾਨਾਂ ਦਾ ਘਾਣ ਹੋਇਆ। ਪਰ ਇਹ ਇੱਥੋਂ ਤੱਕ ਹੀ ਸੀਮਤ ਨਹੀਂ ਰਿਹਾ। ਇਸ ਤੋਂ ਬਾਅਦ ਫਿਰ 1939 ਤੋਂ 1945 ਤੱਕ ਦੁਨੀਆ ਨੂੰ ਸੈਕਿੰਡ ਜਿਹੜੀ ਵਰਲਡ ਵਾਰ ਹੈ ਉਸ ਦਾ ਸਾਹਮਣਾ ਕਰਨਾ ਪਿਆ। ਔਰ ਸਟੂਡੈਂਟਸ, ਤੁਹਾਡੇ +2 ਇੰਗਲਿਸ਼ ਦਾ, +1 ਦਾ ਇੰਗਲਿਸ਼ ਦਾ ਲੈਸਨ ਵੀ ਹੈ ਆਟਮ ਬੰਬਸ, ਜਿਹਦੇ ਵਿੱਚ ਕਿ 2 ਸ਼ਹਿਰ ਹੀਰੋਸ਼ੀਮਾ ਤੇ ਨਾਗਾਸਾਕੀ ਜਿਹੜੇ ਸੀ ਉਹ ਸੈਕਿੰਡ ਵਰਲਡ ਵਾਰ ਦੀ ਭੇਟ ਚੜੇ ਸੀ। ਸੋ ਇੰਨਾ ਜ਼ਿਆਦਾ ਇਹ ਸੈਕਿੰਡ ਵਰਲਡ ਵਾਰ ਭਿਆਨਕ ਸੀ ਕਿ ਜਿਸ ਨੇ ਦੁਨੀਆ ਦੇ ਦੇਸ਼ਾਂ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਕੋਈ ਨਾ ਕੋਈ ਇਹੋ ਜਿਹਾ ਅੰਤਰਰਾਸ਼ਟਰੀ ਸੰਗਠਨ ਚਾਹੀਦਾ ਹੈ ਜਿਸ ਦੇ ਨਾਲ ਦੁਨੀਆ ਜਿਹੜੀ ਹੈ ਉਹ ਸ਼ਾਂਤੀਪੂਰਵਕ ਤੇ ਨਿਡਰ ਹੋ ਕੇ ਰਹਿ ਸਕੇ। ਸੋ ਹਿਸਟਰੀ ਜਿਹੜੀ ਹੈ, ਹਿਸਟਰੀ ਦੇ ਵਿੱਚ ਹੀ ਪੋਲੀਟੀਕਲ ਸਾਇੰਸ ਦੀਆਂ ਜੜ੍ਹਾਂ ਹਨ ਤੇ ਇਹ ਕੌਨਸੀਕੁਐਂਸਿਸ ਸੀਗੇ ਇਹ 2 ਵਿਸ਼ਵ ਜਿਹੜੇ ਯੁੱਧ ਹੋਏ ਤੇ ਉਹਨਾਂ ਦਾ ਰਿਜ਼ਲਟ ਕੀ ਨਿਕਲਿਆ ਕਿ 24 ਅਕਤੂਬਰ 1945 ਨੂੰ ਸੰਯੁਕਤ ਰਾਸ਼ਟਰ ਸੰਘ ਦਾ ਜਨਮ ਹੋ ਗਿਆ। ਮੀਨਸ ਕਿ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਜਿਹੜੀ ਹੈ ਇਹ ਹੋਂਦ ਵਿੱਚ ਆਈ। ਸੋ ਸੈਨ ਫਰਾਂਸਿਸਕੋ ਸੰਮੇਲਨ ਹੋਇਆ, ਜਿਸ ਦੇ ਵਿੱਚ 51 ਮੈਂਬਰ ਦੇਸ਼ਾਂ ਨੇ ਹਿੱਸਾ ਲਿਆ ਤੇ ਉੱਥੇ ਚਾਰਟਰ ਸਾਈਨ ਕੀਤਾ ਗਿਆ ਤੇ 24 ਅਕਤੂਬਰ 1945 ਨੂੰ ਸੰਯੁਕਤ ਰਾਸ਼ਟਰ ਸੰਘ ਜਿਹੜਾ ਅੰਤਰਰਾਸ਼ਟਰੀ ਸੰਗਠਨ ਜਿਹੜਾ ਹੈ ਇਹ ਬੱਚਿਓ ਹੋਂਦ ਦੇ ਵਿੱਚ ਆਇਆ, ਜਿਸ ਨੂੰ ਕਿ UN ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਜਦੋਂ ਇਹ ਹੋਂਦ ਵਿੱਚ ਆਇਆ ਉਸ ਟਾਈਮ ਤੇ 51 ਕੰਟਰੀਜ਼ ਇਹਦੇ ਮੈਂਬਰ ਸੀਗੇ, ਬਟ ਐਟ ਪ੍ਰੈਜ਼ੈਂਟ ਇਹਦੇ 193 ਜਿਹੜੇ ਦੇਸ਼ ਹਨ, ਮੈਂਬਰ ਦੇਸ਼ ਹਨ। ਸੋ ਸਟੂਡੈਂਟਸ, ਤੁਹਾਨੂੰ ਇਸ ਦੇ ਬਾਰੇ ਥੋੜਾ ਪਤਾ ਲੱਗ ਗਿਆ ਕਿ ਕੀ ਕਾਰਨ ਬਣੇ, ਕਦੋਂ ਹੋਂਦ ਵਿੱਚ ਆਇਆ। ਆਬਜੈਕਟਿਵ ਕੁਐਸਚਨ, 24 ਅਕਤੂਬਰ 1945 ਨੂੰ ਕਿੱਥੇ ਸੰਮੇਲਨ ਹੋਇਆ ਸੀ? ਸੈਨ ਫਰਾਂਸਿਸਕੋ ਵਿਖੇ, ਜਿਸ ਦੇ ਵਿੱਚ ਮੁੱਢਲੇ ਮੈਂਬਰ ਇਹਦੇ ਕਿੰਨੇ ਸਨ? 51 ਕੰਟਰੀਜ਼ ਤੇ UN ਨੂੰ ਹੋਂਦ ਵਿੱਚ ਆਇਆ ਤੇ ਪ੍ਰੈਜ਼ੈਂਟ ਇਹਦੇ 193 ਮੈਂਬਰ ਹਨ। ਇਸ ਤੋਂ ਇਲਾਵਾ ਇੱਥੇ 5 ਭਾਸ਼ਾ ਜਿਹੜੀਆਂ ਹਨ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਹੈ, ਫ੍ਰੈਂਚ ਹੈ, ਸਪੈਨਿਸ਼ ਹੈ, ਰਸ਼ੀਅਨ, ਚਾਈਨਾ ਤੇ ਅਰਬੀ ਭਾਸ਼ਾ ਜਿਹੜੀ ਹੈ ਉਹ ਭਾਸ਼ਾਵਾਂ ਇੱਥੇ ਇਹਨਾਂ ਨੂੰ ਮਾਨਤਾ ਪ੍ਰਾਪਤ ਹੈ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ।
ਅੱਗੇ ਵਧਦੇ ਹਾਂ ਸਟੂਡੈਂਟਸ। ਇਹ ਦੇਖੋ, ਇਹ ਜਿਹੜੇ ਇਹਦੇ ਮੈਂਬਰ ਕੰਟਰੀਜ਼ ਹਨ ਉਹਨਾਂ ਦੇ ਝੰਡੇ ਹਨ। ਯੂਐਨਓ ਦੀ ਬਿਲਡਿੰਗ ਹੈ, ਇਹ ਉਹਨਾਂ ਦੇ ਝੰਡੇ ਲੱਗੇ ਹੋਏ ਹਨ। ਇਹ ਵੀ ਇਹਦੇ ਆਫਿਸਿਸ ਹਨ, ਬਿਲਡਿੰਗ ਹੈ। ਸੋ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਕੀ ਹੈ? ਇਟ ਇਜ਼ ਐਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕ੍ਰੀਏਟਡ ਬਾय द ਕੰਟਰੀਜ਼ ਆਫ द वर्ल्ड, ਜਿਨ੍ਹਾਂ ਇਹ ਸੰਯੁਕਤ ਰਾਸ਼ਟਰ ਸੰਘ ਇੱਕ ਅੰਤਰਰਾਸ਼ਟਰੀ ਸੰਗਠਨ ਹੈ। ਐਂਡ ਇਹ ਸੈਕੰਡ ਵਰਲਡ ਵਾਰ ਤੋਂ ਪਿੱਛੋਂ 24 ਅਕਤੂਬਰ 1945 ਵਿੱਚ ਇਸ ਦਾ ਬਣਿਆ, ਹੋਂਦ ਵਿੱਚ ਆਇਆ। ਔਰ ਇਸ ਦਾ ਹੈੱਡ ਆਫਿਸ ਕਿੱਥੇ ਹੈ? ਵੇਅਰ ਇਜ਼ ਇਟਸ ਮੇਨ ਆਫਿਸ? ਇਟ ਇਜ਼ ਇਨ ਨਿਊਯਾਰਕ। ਨਿਊਯਾਰਕ ਕਿੱਥੇ ਹੈ? ਅਮਰੀਕਾ ਦਾ ਸ਼ਹਿਰ ਹੈ ਨਿਊਯਾਰਕ, ਉੱਥੇ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਆਫਿਸ ਹੈ। ਤੇ ਭਾਰਤ ਇਸ ਦਾ ਫਾਊਂਡਰ ਮੈਂਬਰ ਹੈ, ਮੁੱਢਲਾ ਮੈਂਬਰ ਹੈ, ਕਿਉਂਕਿ ਜਿਉਂ ਹੀ ਯੂਐਨਓ ਹੋਂਦ ਵਿੱਚ ਆਇਆ ਭਾਰਤ ਉਦੋਂ ਤੋਂ ਹੀ ਇਸ ਦਾ ਮੈਂਬਰ ਹੈ। ਸੋ ਸਟੂਡੈਂਟਸ, ਇਹਦੇ ਤੇ ਵੀ ਆਬਜੈਕਟਿਵ ਟਾਈਪ ਕੁਐਸਚਨਸ ਆਉਂਦੇ ਹਨ ਕਿ ਇਸ ਦਾ ਹੈੱਡ ਆਫਿਸ ਕਿੱਥੇ ਹੈ? ਹੁਣੇ ਹੀ ਕੀਤਾ, ਨਿਊਯਾਰਕ ਵਿੱਚ ਹੈ, ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ। ਕਦੋਂ ਬਣਿਆ? 24 ਅਕਤੂਬਰ 1945 ਨੂੰ। ਔਰ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ 24 ਅਕਤੂਬਰ 1945 ਨੂੰ ਯੂਐਨਓ ਹੋਂਦ ਵਿੱਚ ਆਇਆ ਔਰ ਇਹ ਇੱਕ ਅੰਤਰਰਾਸ਼ਟਰੀ ਸੰਗਠਨ ਹੈ। ਆਈ ਹੋਪ ਕਿ ਤੁਸੀਂ ਸਟੂਡੈਂਟਸ ਇਨ ਆਨਸਰ ਦੇ ਸਕਦੇ ਹੋ। ਅੱਗੇ ਵਧਦੇ ਹਾਂ। ਹੁਣ ਕੁਐਸਚਨ ਆਉਂਦਾ ਹੈ ਕਿ ਸਾਨੂੰ ਸੰਯੁਕਤ ਰਾਸ਼ਟਰ ਜਿਹੜਾ ਸੰਘ ਹੈ ਇਸ ਦੀ ਲੋੜ ਕਿਉਂ ਪਈ? ਨੀਡ ਆਫ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਸਟੂਡੈਂਟਸ, ਦੁਨੀਆ ਦੇ ਦੇਸ਼ਾਂ ਨੇ ਦੋ ਜਿਹੜੇ ਮਹਾਂਯੁੱਧ ਸੀ ਉਹ ਦੇਖ ਲਏ ਸੀ ਤੇ ਹੁਣ ਇਹ ਸੋਚਣ ਤੇ ਮਜਬੂਰ ਹੋ ਗਏ ਕਿ ਕੋਈ ਨਾ ਕੋਈ ਇਹੋ ਜਿਹੀ ਆਰਗੇਨਾਈਜੇਸ਼ਨ ਚਾਹੀਦੀ ਹੈ ਜਿਸ ਦੇ ਨਾਲ ਅੱਗੋਂ ਥਰਡ ਵਰਲਡ ਵਾਰ ਜਿਹੜੀ ਹੈ ਉਹ ਨਾ ਹੋਵੇ, ਕਿਉਂਕਿ ਜਿਹੜੀ ਥਰਡ ਵਰਲਡ ਵਾਰ ਹੋਏਗੀ ਉਹ ਹੁਣ ਬੰਦੂਕਾਂ ਤੇ ਹਥਿਆਰਾਂ ਤੱਕ ਸੀਮਤ ਨਹੀਂ ਹੋਏਗੀ, ਬਲਕਿ ਨਿਊਕਲੀਅਰ ਵੈਪਨਸ ਦੀ ਲੜਾਈ ਹੋਏਗੀ, ਜਿਹਦੇ ਨਾਲ ਕਿ ਸ਼ਾਇਦ ਜਿਹੜੀ ਮਾਨਵ ਕ੍ਰੀਏਸ਼ਨ ਹੈ ਉਹ ਖਤਮ ਹੀ ਹੋ ਸਕਦੀ ਹੈ, ਹਰ ਤਰ੍ਹਾਂ ਦੀ ਕ੍ਰੀਏਸ਼ਨ ਖਤਮ ਹੋ ਸਕਦੀ ਹੈ। ਸੋ ਇਹ ਸੋਚਣ ਤੇ ਇਹ ਲੋੜ ਮਹਿਸੂਸ ਕੀਤੀ ਗਈ ਕਿ ਕੋਈ ਇਹੋ ਜਿਹਾ ਸੰਘ ਚਾਹੀਦਾ ਹੈ ਜਿਸ ਦੇ ਨਾਲ ਜਿਹੜੀ ਵਰਲਡ ਪੀਸ ਹੈ ਉਹ ਕਾਇਮ ਰਹਿ ਸਕੇ। ਸੋ ਫਸਟ ਹੈ, ਨੋ ਸਟੇਟ ਕੈਨ ਲਿਵ ਇਨ ਆਈਸੋਲੇਸ਼ਨ। ਕੋਈ ਰਾਜ ਇਕੱਲਾ ਨਹੀਂ ਰਹਿ ਸਕਦਾ। ਸੋ ਇੱਕ ਸਾਂਝਾ ਪਲੇਟਫਾਰਮ ਚਾਹੀਦਾ ਆ ਜਿਹਦੇ ਨਾਲ ਸਾਰੇ ਦੇਸ਼ ਜਿਹੜੇ ਹਨ ਆਪਸੀ ਵਿਚਾਰ ਵਟਾਂਦਰੇ ਨਾਲ, ਇੰਪੋਰਟ ਐਕਸਪੋਰਟ ਦੇ ਨਾਲ, ਆਪਸੀ ਸਾਂਝਾਂ ਦੇ ਨਾਲ ਤਰੱਕੀ ਕਰ ਸਕਣ। ਇਸ ਲਈ ਵੀ ਸੰਯੁਕਤ ਰਾਸ਼ਟਰ ਸੰਘ ਜਿਹੜੀ ਹੈ ਉਸ ਦੀ ਐਗਜ਼ਿਸਟੈਂਸ ਦੀ ਲੋੜ ਪਈ। ਦੈਨ ਨੀਡ ਆਫ ਇੰਟਰਨੈਸ਼ਨਲ ਰੂਲਸ। ਅੰਤਰਰਾਸ਼ਟਰੀ ਕਾਨੂੰਨਾਂ ਦੀ ਲੋੜ ਦੁਨੀਆ ਦੇ ਦੇਸ਼ਾਂ ਨੂੰ ਮਹਿਸੂਸ ਹੋਈ ਕਿ ਇਹੋ ਜਿਹੇ ਕਾਨੂੰਨ ਚਾਹੀਦੇ ਹਨ ਜੋ ਦੇਸ਼ਾਂ ਤੇ ਐਪਲੀਕੇਸ਼ਨ ਜਿਨ੍ਹਾਂ ਦੀ ਹੋਵੇ ਤੇ ਜਿਹਦੇ ਨਾਲ ਜਿਹੜੀ ਸ਼ਾਂਤੀ ਹੈ ਦੁਨੀਆ ਦੇ ਵਿੱਚ ਉਹ ਬਣੀ ਰਵੇ। ਸੋ ਇਸ ਕਰਕੇ ਵੀ ਯੂਐਨਓ ਹੋਂਦ ਵਿੱਚ ਆਇਆ। ਦੈਨ ਨੀਡ ਆਫ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਟੂ ਇਨਫੋਰਸ ਇੰਟਰਨੈਸ਼ਨਲ ਲਾਜ਼। ਪਹਿਲਾਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਲੋੜ ਪਈ, ਫਿਰ ਕਾਨੂੰਨਾਂ ਦੀ ਲੋੜ ਪਈ, ਫਿਰ ਉਸ ਤੋਂ ਬਾਅਦ ਉਹਨਾਂ ਕਾਨੂੰਨਾਂ ਨੂੰ ਹੁਣ ਦੇਸ਼ਾਂ ਤੇ ਅਪਲਾਈ ਕਰਨਾ ਆ ਤੇ ਉਹਦੇ ਲਈ ਆਰਗੇਨਾਈਜੇਸ਼ਨ ਚਾਹੀਦੀ ਹੈ। ਸੋ ਇਸ ਤਰ੍ਹਾਂ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਅੰਤਰਰਾਸ਼ਟਰੀ ਸੰਗਠਨ ਦੀ ਲੋੜ ਪੂਰੀ ਕੀਤੀ ਯੂਨਾਈਟਿਡ ਆਰਗੇਨਾਈਜੇਸ਼ਨ ਜਿਹੜੀ ਆ ਯੂਐਨਓ ਜਿਹੜੀ ਹੈ ਉਸ ਦੀ ਕ੍ਰੀਏਸ਼ਨ ਨੇ। ਸੋ ਸਟੂਡੈਂਟਸ, ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਕਿ ਸੰਯੁਕਤ ਰਾਸ਼ਟਰ ਸੰਘ ਦੀ ਲੋੜ ਕਿਉਂ ਪਈ ਜਾਂ ਕੀ ਲੋੜ ਹੈ। ਇੱਥੇ ਤੁਸੀਂ ਇਹ ਜਿਹੜੇ ਆਪਾਂ ਹੁਣੇ ਹੀ ਵਿਸਥਾਰ ਨਾਲ ਦੱਸਿਆ ਇਹ ਆਨਸਰ ਲਿਖ ਸਕਦੇ ਹੋ। ਇੱਥੇ ਕੁਐਸਚਨ 2 ਜਾਂ 4 ਨੰਬਰ ਦਾ ਪੁੱਛਿਆ ਜਾ ਸਕਦਾ ਹੈ। ਅੱਗੇ ਵਧਦੇ ਹਾਂ ਸਟੂਡੈਂਟਸ ਪਲੀਜ਼ ਜਦੋਂ ਵੀ ਤੁਸੀਂ ਵੀਡੀਓ ਲੈਸਨ ਦੇਖਦੇ ਹੋ ਆਪਣੀ ਕਾਪੀ ਆਪਣਾ ਪੈਨ ਨਾਲ ਰੱਖਿਆ ਕਰੋ। ਮੇਨ ਪੁਆਇੰਟਸ ਬੱਚਿਓ ਇਸ ਦੇ ਨੋਟ ਕਰਿਆ ਕਰੋ ਤਾਂ ਕਿ ਜਿਹੜਾ ਲੈਸਨ ਹੈ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਨਾਓ ਕੰਪੋਜੀਸ਼ਨ ਆਫ ਯੂਨਾਈਟਿਡ ਨੇਸ਼ਨਸ। ਹੁਣ ਅਸੀਂ ਜਾਣਾਂਗੇ ਸੰਯੁਕਤ ਰਾਸ਼ਟਰ ਦੀ ਬਣਤਰ ਕੀ ਹੈ। ਸੋ ਸਟੂਡੈਂਟਸ, ਸੰਯੁਕਤ ਰਾਸ਼ਟਰ ਸੰਘ ਜਿਹੜਾ ਹੈ ਇਸ ਦੇ 6 ਆਰਗਨਸ ਹਨ। ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਹੈ 6 ਆਰਗਨਸ। ਫਸਟ ਹੈ ਜਨਰਲ ਅਸੈਂਬਲੀ, ਜਿਸ ਨੂੰ ਪੰਜਾਬੀ 'ਚ ਆਪਾਂ ਮਹਾਸਭਾ ਕਹਿੰਦੇ ਹਾਂ। ਸੈਕੰਡ, ਸਿਕਿਉਰਿਟੀ ਕੌਂਸਲ, ਸੁਰੱਖਿਆ ਪਰਿਸ਼ਦ। ਥਰਡ ਹੈ ਇਕਨੋਮਿਕ ਐਂਡ ਸੋਸ਼ਲ ਕੌਂਸਲ, ਆਰਥਿਕ ਤੇ ਸਮਾਜਿਕ ਪਰਿਸ਼ਦ। ਦੈਨ ਫੋਰਥ ਹੈ ਟਰਸਟੀਸ਼ਿਪ ਕੌਂਸਲ, ਅਮਾਨਤੀ ਪਰਿਸ਼ਦ। ਫਿਫਥ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਅੰਤਰਰਾਸ਼ਟਰੀ ਨਿਆਇਕ ਅਦਾਲਤ। ਐਂਡ 6 ਹੈ ਸੈਕਟਰੀਏਟ, ਸਕੱਤਰੇਤ। ਸੋ ਸਟੂਡੈਂਟਸ, ਇਹ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ
6 ਅੰਗ ਹਨ। ਤੁਹਾਨੂੰ ਇੱਥੇ ਕੁਐਸਚਨ ਆਉਂਦਾ ਹੈ, ਆਬਜੈਕਟਿਵ ਟਾਈਪ 'ਚ ਪੁੱਛਿਆ ਜਾ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੇ ਕੋਈ 2 ਅੰਗਾਂ ਦੇ ਨਾਮ ਲਿਖੋ। 4 ਨੰਬਰ ਦੇ ਕੁਐਸਚਨਸ ਕੋਈ 6 ਅੰਗਾਂ ਦੇ ਸੰਯੁਕਤ ਰਾਸ਼ਟਰ ਸੰਘ ਦੇ ਨਾਮ ਲਿਖੋ। ਸੋ ਸਟੂਡੈਂਟਸ ਇਹ ਤੁਸੀਂ ਨਾਮ ਜਿਹੜੇ ਹਨ ਇਹ ਯਾਦ ਰੱਖ ਲੈਣੇ। ਇਹ ਇਹਦੀ ਬਣਤਰ ਹੈ, ਜਿਹੜੇ ਇਹ ਇਹਦੇ 6 ਆਰਗਨ ਹਨ। ਹੁਣ ਅਸੀਂ ਅਗਲੀ ਸਲਾਈਡ ਵਿੱਚ ਇਹਨਾਂ ਨੂੰ 1 ਬਾਈ 1 ਡਿਟੇਲ 'ਚ ਡਿਸਕਸ ਕਰਦੇ ਹਾਂ। ਸੋ ਫਸਟ ਆਰਗਨ ਹੈ ਜਨਰਲ ਅਸੈਂਬਲੀ ਮਹਾ ਸਭਾ। ਇਹ ਇਹਦੀ ਇੰਟਰਨਲ ਪਿਕਚਰ ਹੈ, ਆਫਿਸ ਦੇਖ ਲਓ। ਇਹ ਦੇਖੋ, ਇਹ ਵੀ ਪਿਕਚਰ ਹੈ। ਔਰ ਇਹ ਜੋ ਲੇਡੀ ਸਾਡੀ ਇੰਡੀਅਨ ਵਿਜੇ ਲక్ష్ਮੀ ਪੰਡਤ, ਉਹ ਮਹਾ ਸਭਾ ਦੇ ਪ੍ਰਧਾਨ ਰਹੇ ਹਨ। ਸੋ ਭਾਰਤ ਨੂੰ ਇਹ ਵੀ ਮਾਣ ਪ੍ਰਾਪਤ ਹੋਇਆ ਕਿ ਭਾਰਤੀ ਔਰਤ ਜਿਹੜੀ ਹੈ ਉਹ ਜਨਰਲ ਅਸੈਂਬਲੀ ਦੇ ਪ੍ਰਧਾਨਗੀ ਉਹਨਾਂ ਨੇ ਕੀਤੀ। ਸੋ ਸਟੂਡੈਂਟਸ, ਮਹਾ ਸਭਾ ਸਭ ਤੋਂ ਵੱਡਾ ਵਿਚਾਰਾਤਮਕ ਅੰਗ ਹੈ। ਇਟ ਇਜ਼ ਦਾ ਬਿਗੇਸਟ ਡੈਲੀਬਰੇਟਿਵ ਬਾਡੀ ਆਫ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨਸ ਐਂਡ ਹਰ ਮੈਂਬਰ ਰਾਜ 5 ਪ੍ਰਤੀਨਿਧ ਭੇਜਦਾ ਹੈ। ਔਰ ਇਸ ਨੂੰ ਅਸੀਂ ਵਰਲਡ ਪੰਚਾਇਤ, ਸੰਸਾਰ ਦੀ ਪੰਚਾਇਤ ਵੀ ਕਹਿੰਦੇ ਹਾਂ। ਸੋ ਸਟੂਡੈਂਟਸ, ਇਹ ਸਭ ਤੋਂ ਵੱਡਾ ਡੈਲੀਬਰੇਟਿਵ ਬਾਡੀ ਹੈ UNO ਦੀ, ਯਾਦ ਰੱਖ ਲੈਣਾ। ਦੈਨ ਹਰ ਮੈਂਬਰ ਦੇਸ਼ ਇਹਦੇ ਵਿੱਚ 5 ਪ੍ਰਤੀਨਿਧ ਭੇਜ ਸਕਦਾ ਹੈ। ਥਰਡ ਕੁਐਸਚਨ ਹੈ ਕਿ ਇਸ ਨੂੰ ਸੰਸਾਰ ਦੀ ਪੰਚਾਇਤ, ਵਰਲਡ ਪੰਚਾਇਤ ਵੀ ਕਿਹਾ ਜਾਂਦਾ ਹੈ। ਤੇ ਮਹਾ ਸਭਾ ਦਾ ਇਜਲਾਸ ਸਤੰਬਰ ਮਹੀਨੇ ਵਿੱਚ ਹੁੰਦਾ ਹੈ ਤੇ ਇਸ ਦੇ ਵਿੱਚ ਹੀ ਇਸ ਦਾ ਬਜਟ ਪਾਸ ਕੀਤਾ ਜਾਂਦਾ ਹੈ। ਹੁਣ ਸਟੂਡੈਂਟਸ, ਜਿਹੜਾ ਪੈਸਾ ਹੈ ਉਹ UNO ਨੂੰ ਕਿੱਥੋਂ ਆਉਂਦਾ ਹੈ? ਜਿਹੜੇ ਇਹਦੇ ਮੈਂਬਰ ਦੇਸ਼ ਹਨ ਉਹ ਹੀ ਇਹਨੂੰ ਫੰਡ ਜਿਹੜੇ ਹਨ ਉਹ ਦਿੰਦੇ ਹਨ। ਅਮਰੀਕਾ, ਕੈਨੇਡਾ, ਇੰਗਲੈਂਡ ਐਂਡ ਈਵਨ ਭਾਰਤ ਨੇ ਵੀ ਇਹਨੂੰ $1 ਮਿਲੀਅਨ ਫੰਡ ਜਿਹੜੇ ਹਨ ਉਹ UNO ਨੂੰ ਦਿੰਦੇ ਹਨ। ਸੋ ਸਟੂਡੈਂਟਸ, ਇਹ ਤੁਸੀਂ ਯਾਦ ਰੱਖ ਲਿਓ। ਅੱਗੇ ਵਧਦੇ ਹਾਂ। ਇਹ ਪਹਿਲਾ ਫਸਟ ਅੰਗ ਹੈ ਜਨਰਲ ਅਸੈਂਬਲੀ ਮਹਾ ਸਭਾ। ਅੱਗੇ ਵਧੀਏ। ਸੈਕੰਡ ਆਰਗਨ ਹੈ ਸਿਕਿਉਰਿਟੀ ਕੌਂਸਲ, ਸੁਰੱਖਿਆ ਪ੍ਰੀਸ਼ਦ। ਇਹ ਆਫਿਸ ਦੀਆਂ ਸੁਰੱਖਿਆ ਪ੍ਰੀਸ਼ਦ ਦੀਆਂ ਪਿਕਚਰਸ ਲਈਆਂ ਗਈਆਂ ਹਨ, ਤੁਸੀਂ ਦੇਖ ਸਕਦੇ ਹੋ ਸਟੂਡੈਂਟਸ। ਸੋ ਸੁਰੱਖਿਆ ਪ੍ਰੀਸ਼ਦ ਜਿਹੜਾ ਹੈ ਇਹ ਸਭ ਤੋਂ ਛੋਟਾ ਪਰ ਸਭ ਤੋਂ ਪ੍ਰਭਾਵਸ਼ਾਲੀ ਅੰਗ ਹੈ। ਅਸੀਂ ਜਾਣਾਂਗੇ ਕਿਉਂ। ਇਟਸ ਦਾ ਸਮਾਲੈਸਟ but the most influential organ of the United Nations organizations, और it has total 15 members, 15 ਮੈਂਬਰ ਹਨ। 5 ਜਿਹੜੇ ਉਹ ਸਥਾਈ ਹਨ ਤੇ 10 ਜਿਹੜੇ ਹਨ ਉਹ ਅਸਥਾਈ ਹਨ। ਸੋ what I mean to say ਕਿ it has total 15 members, 5 are permanent members and 10 are temporary members। ਸੋ ਇਸ ਦਾ ਮੇਨ ਕੰਮ ਕੀ ਹੈ? ਸੰਸਾਰ ਸ਼ਾਂਤੀ ਸਥਾਪਿਤ ਕਰਨਾ ਤੇ ਸੰਯੁਕਤ ਰਾਸ਼ਟਰ ਦੇ ਕਾਨੂੰਨ ਲਾਗੂ ਕਰਨਾ। ਦਾ ਮੇਨ ਫੋਕਸ ਆਫ ਦਿਸ ਸਿਕਿਉਰਿਟੀ ਕਾਉਂਸਲ ਇਜ਼ ਟੂ ਮੇਨਟੇਨ ਦਾ ਪੀਸ ਐਂਡ ਟੂ ਇੰਪਲੀਮੈਂਟ ਦਾ ਲਾਜ਼ ਆਫ ਦਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਹੁਣ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ। ਅੱਗੇ ਵਧਦੇ ਹਾਂ ਕਿ ਇਹਦੇ ਸਥਾਈ ਮੈਂਬਰ ਕਿਹੜੇ-ਕਿਹੜੇ ਹਨ। ਨਾਓ, ਪਰਮਾਨੈਂਟ ਐਂਡ ਟੈਂਪਰੇਰੀ ਮੈਂਬਰਸ ਆਫ ਯੂਨਾਈਟਿਡ ਨੇਸ਼ਨਸ। ਸੰਯੁਕਤ ਰਾਸ਼ਟਰ ਦੇ ਇੱਥੇ ਸਥਾਈ ਮੈਂਬਰ ਹੀ ਆਪਾਂ ਕਰਾਂਗੇ ਕਿਉਂਕਿ ਅਸਥਾਈ ਮੈਂਬਰ ਜਿਹੜੇ ਹਨ ਉਹ ਸਿਰਫ 2 ਸਾਲ ਲਈ ਚੁਣੇ ਜਾਂਦੇ ਹਨ ਮਹਾ ਸਭਾ ਦੁਆਰਾ ਤੇ ਉਹ ਬਦਲਦੇ ਰਹਿੰਦੇ ਹਨ। ਸੋ ਪਰਮਾਨੈਂਟ ਮੈਂਬਰ ਕਿਹੜੇ ਹਨ? ਅਮਰੀਕਾ ਪਰਮਾਨੈਂਟ ਹੈ, ਚਾਈਨਾ ਹੈ, ਚੀਨ, ਇੰਗਲੈਂਡ, ਫਰਾਂਸ ਤੇ ਰੂਸ। ਔਰ ਸਟੂਡੈਂਟਸ, ਸਭ ਤੋਂ ਜ਼ਰੂਰੀ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜੇ 5 ਸਥਾਈ ਮੈਂਬਰ ਹਨ ਇਹਨਾਂ ਕੋਲ ਵੀਟੋ ਪਾਵਰ ਹੈ, ਵੀਟੋ ਸ਼ਕਤੀ ਹੈ। ਔਰ ਜਿੰਨੇ ਵੀ ਫੈਸਲੇ ਹੁੰਦੇ ਹਨ ਇਹ 5 ਮੈਂਬਰਸ ਦੀ ਸਹਿਮਤੀ ਨਾਲ ਹੋਣੇ ਹਨ। ਸਪੋਜ਼ ਕੋਈ ਫੈਸਲਾ ਹੋਣਾ ਹੈ ਕਿਸੇ ਦੇਸ਼ ਦਾ ਜਾਂ ਕੋਈ ਵੀ ਫੈਸਲਾ ਇਹਨਾਂ ਨੇ ਕਰਨਾ, ਜੇ ਇਹਨਾਂ 5 ਵਿੱਚੋਂ ਇੱਕ ਵੀ ਮੈਂਬਰ ਸਹਿਮਤ ਨਹੀਂ ਹਨ ਤਾਂ ਉਹ ਫੈਸਲਾ ਜਿਹੜਾ ਹੈ ਉਹ ਨਹੀਂ ਹੋ ਸਕਦਾ। ਉਹ ਆਪਣੀ ਵੀਟੋ ਯੂਜ਼ ਕਰਕੇ ਤੇ ਉਸ ਫੈਸਲਾ ਜਿਹੜਾ ਹੈ ਉਹਨੂੰ ਰੱਦ ਕਰ ਸਕਦਾ ਹੈ। ਸੋ ਹਰ ਫੈਸਲੇ ਲਈ 5 ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੈ ਕਿਉਂਕਿ ਇਹਨਾਂ ਕੋਲ ਵੀਟੋ ਸ਼ਕਤੀ ਹੁੰਦੀ ਹੈ। ਨਾਓ ਸਟੂਡੈਂਟਸ, ਜਿਹੜੇ ਅਸਥਾਈ ਮੈਂਬਰ ਹਨ ਉਹ ਮਹਾ ਸਭਾ ਦੁਆਰਾ 2/3 ਬਹੁਮਤ ਦੇ ਨਾਲ ਚੁਣੇ ਜਾਂਦੇ ਹਨ ਅਤੇ ਉਹ 2 ਸਾਲਾਂ ਲਈ ਹੀ ਚੁਣੇ ਜਾਂਦੇ ਹਨ। ਜਿਸ ਤਰ੍ਹਾਂ ਕਿ ਸਾਡਾ ਭਾਰਤ ਦੇਸ਼ ਜਿਹੜਾ ਹੈ ਉਹ 14 ਸਾਲ ਇਸ ਦਾ ਮੈਂਬਰ ਰਿਹਾ। ਇਟ ਮੀਨਸ ਕਿ ਉਹ 7 ਵਾਰੀ ਚੁਣਿਆ ਗਿਆ। 7 ਟਾਈਮਸ ਜਿਹੜਾ ਇੰਡੀਆ ਹੈ ਉਹ UNO ਦਾ ਮਹਾ ਸਭਾ ਦਾ ਮੈਂਬਰ ਜਿਹੜਾ ਹੈ, ਸਿਕਿਉਰਿਟੀ ਕੌਂਸਲ ਦਾ ਮੈਂਬਰ ਰਿਹਾ ਹੈ। ਸੋ ਇਹ ਕੀ ਹਨ? ਇਹ ਸਾਰੇ ਫੈਸਲੇ ਜਿਹੜੇ ਹਨ ਆਲਰੇਡੀ ਆਈ ਹੈਵ ਟੋਲਡ ਯੂ ਕਿ ਜਿਹੜੀ ਸਥਾਈ ਮੈਂਬਰ ਹਨ ਉਹ ਕਰਦੇ ਹਨ ਤੇ ਅਸਥਾਈ ਮੈਂਬਰ 2 ਸਾਲਾਂ ਲਈ 2/3 ਬਹੁਮਤ ਦੇ ਨਾਲ
ਚੁਣੇ ਜਾਂਦੇ ਹਨ। ਆਈ ਹੋਪ ਕਿ ਸਟੂਡੈਂਟਸ ਤੁਹਾਨੂੰ ਸਮਝ ਆ ਗਿਆ। ਹੁਣ ਇੱਥੇ ਕੁਐਸਚਨ ਆ ਸਕਦਾ ਹੈ ਕਿ ਸਥਾਈ ਮੈਂਬਰਸ ਦੇ ਨਾਮ ਲਿਖੋ। ਤੁਸੀਂ ਆ ਲਿਖ ਸਕਦੇ ਹੋ ਜਾਂ ਵੀਟੋ ਸ਼ਕਤੀ ਤੋਂ ਕੀ ਭਾਵ ਹੁੰਦਾ ਹੈ। ਸੋ ਆਈ ਹੋਪ ਸਟੂਡੈਂਟਸ ਯੂ ਕੈਨ ਆਨਸਰ ਵੈਲ। ਅੱਗੇ ਵਧਦੇ ਹਾਂ। ਨਾਓ ਥਰਡ ਆਰਗਨ ਹੈ ਇਕਨੋਮਿਕ ਐਂਡ ਸੋਸ਼ਲ ਕਾਉਂਸਲ, ਆਰਥਿਕ ਤੇ ਸਮਾਜਿਕ ਪ੍ਰੀਸ਼ਦ। ਇਹ ਉਹਦੀ ਇੰਟਰਨਲ ਪਿਕਚਰ ਹੈ। ਸੋ ਆਰਥਿਕ ਤੇ ਸਮਾਜਿਕ ਪ੍ਰੀਸ਼ਦ ਦੇ ਕਿੰਨੇ ਮੈਂਬਰ ਹਨ? 54 ਮੈਂਬਰਸ ਹਨ ਤੇ ਮਾਂ ਸਭਾ ਦੁਆਰਾ ਇਹ 3 ਸਾਲਾਂ ਲਈ ਚੁਣੇ ਜਾਂਦੇ ਹਨ ਤੇ ਹਰ ਸਾਲ 1/3 ਮੈਂਬਰ ਜਿਹੜੇ ਹਨ ਉਹ ਰਿਟਾਇਰ ਹੁੰਦੇ ਹਨ ਤੇ ਉਹਨਾਂ ਦੀ ਥਾਂ ਤੇ ਨਵੇਂ ਮੈਂਬਰ ਚੁਣ ਲਏ ਜਾਂਦੇ ਹਨ। ਸੋ ਇਸ ਦਾ ਮੁੱਖ ਕੰਮ ਕੀ ਹੈ? ਸਮਾਜਿਕ ਤੇ ਆਰਥਿਕ ਸਮੱਸਿਆਵਾਂ ਦੇ ਹੱਲ ਜਿਹੜੇ ਹਨ ਉਹ ਲੱਭਣੇ ਤੇ ਉਹਨਾਂ ਨੂੰ ਹੱਲ ਕਰਨਾ। ਸੋ ਇਕਨੋਮਿਕ ਐਂਡ social council has total 54 members and these members are elected by the General Assembly for 3 years and 1/3 members retire every year and its main focus is to to solve the social and economic problems। I hope कि students ਤੁਹਾਨੂੰ ਸਮਝ ਆ ਗਿਆ। ਅੱਗੇ ਵਧਦੇ ਹਾਂ। Now fourth organ है trusteeship, ਅਮਾਨਤੀ ਪ੍ਰੀਸ਼ਦ। ਸੋ ਸਟੂਡੈਂਟਸ ਅਮਾਨਤੀ ਪ੍ਰੀਸ਼ਦ ਵਿੱਚ ਕੀ ਹੁੰਦਾ ਹੈ? ਇਹਦੀ ਅਮਾਨਤੀ ਪ੍ਰੀਸ਼ਦ ਦੇ ਅੰਦਰ ਆਫਿਸ ਦੀਆਂ ਪਿਕਚਰਸ ਲਈਆਂ ਗਈਆਂ ਹਨ, ਤੁਸੀਂ ਦੇਖ ਸਕਦੇ ਹੋ। ਅਮਾਨਤੀ ਪ੍ਰੀਸ਼ਦ ਪਛੜੇ ਦੇਸ਼ਾਂ ਦਾ ਸ਼ਾਸਨ ਪ੍ਰਬੰਧ ਜਿਹੜਾ ਹੈ ਚਲਾਉਂਦਾ ਹੈ, ਜੋ UNO ਨੇ ਆਪਣੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਨੇ ਆਪਣੇ ਜ਼ਿੰਮੇ ਲਏ ਹੋਏ ਹਨ। ਗੁਲਾਮ ਦੇਸ਼ਾਂ ਨੂੰ ਆਜ਼ਾਦ ਕਰਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੀ ਹੁੰਦੀ ਹੈ ਔਰ ਇਸ ਦੇ ਮੈਂਬਰ ਜਿਹੜੇ ਹਨ ਉਹ 3 ਸਾਲ ਲਈ ਚੁਣੇ ਜਾਂਦੇ ਹਨ। ਅਗੇਨ ਮਾਂ ਸਭਾ ਜਿਹੜੀ ਜਨਰਲ ਅਸੈਂਬਲੀ ਹੈ ਉਹ 3 ਸਾਲ ਲਈ ਮੈਂਬਰ ਚੁਣਦੀ ਹੈ। ਸੋ ਟਰਸਟੀਸ਼ਿਪ ਕਾਉਂਸਲ ਕੀ ਕਰਦੀ ਹੈ? ਸੁਪਰਵਾਈਜ਼ਸ ਦਾ ਡਿਸਪਿਊਟਡ ਐਂਡ ਬੈਕਵਰਡ ਟੈਰੀਟਰੀਜ਼ ਐਂਡ whose responsibility is taken by the United Nations organizations। ਐਂਡ ਇਹਦੇ ਵਿੱਚ ਕਿਹੜੇ ਮੈਂਬਰ ਇਨਕਲੂਡ ਹਨ? ਜਿਹੜੇ ਮਾਂ ਸਭਾ ਦੁਆਰਾ 3 ਸਾਲ ਲਈ ਮੈਂਬਰ ਚੁਣੇ ਜਾਂਦੇ ਹਨ ਉਹ ਵੀ ਹਨ। ਜਿਹੜੇ ਸਿਕਿਉਰਿਟੀ ਕੌਂਸਲ ਦੇ ਸਥਾਈ 5 ਦੇਸ਼ ਮੈਂਬਰ ਹਨ ਉਹ ਵੀ ਇਸ ਦੇ ਮੈਂਬਰ ਹਨ। ਔਰ ਇਸ ਤੋਂ ਇਲਾਵਾ ਜਿਹੜੀਆਂ ਇਹ ਡਿਸਪਿਊਟਡ ਟੈਰੀਟਰੀਜ਼ ਜਿਹੜੀਆਂ ਹਨ, ਜਿਨ੍ਹਾਂ ਨੂੰ ਜਿਹੜੇ ਦੇਸ਼ ਚਲਾਉਂਦੇ ਹਨ, ਐਡਮਿਨਿਸਟਰਿੰਗ ਕੰਟਰੀਜ਼ ਜਿਹੜੀਆਂ ਹਨ, ਉਹ ਵੀ ਟਰਸਟੀਸ਼ਿਪ ਦੇ ਮੈਂਬਰ ਹਨ। ਸੋ ਸਟੂਡੈਂਟਸ ਤੁਸੀਂ ਪਲੀਜ਼ ਇਹ ਯਾਦ ਰੱਖ ਲੈਣਾ। ਅੱਗੇ ਵਧਦੇ ਹਾਂ। ਅੱਗੇ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਅੰਤਰਰਾਸ਼ਟਰੀ ਨਿਆਇਕ ਅਦਾਲਤ। ਇਹ ਸੰਯੁਕਤ ਰਾਸ਼ਟਰ ਦੀ ਨਿਆਇਕ ਅਦਾਲਤ ਹੈ ਤੇ ਇਸ ਨੂੰ ਸੰਸਾਰ ਦੀ ਸੁਪਰੀਮ ਕੋਰਟ ਵੀ ਕਿਹਾ ਜਾਂਦਾ ਹੈ। ਇਸ ਦੇ 15 ਜੱਜ ਹਨ ਜੋ ਕਿ 9 ਸਾਲਾਂ ਲਈ ਚੁਣੇ ਜਾਂਦੇ ਹਨ ਤੇ ਹਰ 3 ਸਾਲ ਪਿੱਛੋਂ 1/3 ਜੱਜ ਜਿਹੜੇ ਹਨ ਉਹ ਰਿਟਾਇਰ ਹੋ ਜਾਂਦੇ ਹਨ। ਮੁੱਖ ਕੰਮ ਕੀ ਹੈ? ਝਗੜਿਆਂ ਦਾ ਨਿਪਟਾਰਾ ਕਰਨਾ। ਜੋ ਦੇਸ਼ ਸਹਿਮਤੀ ਦੇ ਨਾਲ ਝਗੜੇ ਜਿਹੜੇ ਹਨ ਉਹ ਇਸ ਅਦਾਲਤ ਵਿੱਚ ਲੈ ਕੇ ਜਾਂਦੇ ਹਨ। ਜੋ ਕੋਈ 2 ਦੇਸ਼ 3 ਦੇਸ਼ ਕੋਈ ਉਹਨਾਂ ਦੇ ਆਪਸੀ ਝਗੜੇ ਹੁੰਦੇ ਹਨ ਤਾਂ ਉਹ ਇਸ ਕੋਰਟ ਵਿੱਚ ਅੰਤਰਰਾਸ਼ਟਰੀ ਨਿਆਇਕ ਜਿਹੜੀ ਅਦਾਲਤ ਹੈ ਲੈ ਕੇ ਜਾਂਦੇ ਹਨ ਤਾਂ ਇਹ ਉਹਨਾਂ ਨੂੰ ਨੈਗੋਸ਼ੀਏਸ਼ਨ ਦੇ ਨਾਲ ਹੱਲ ਕਰਦੀ ਹੈ। ਸੋ ਸਟੂਡੈਂਟਸ ਫॉर the English medium students too, it is called the chief judicial body of the United Nations and it is also called the Supreme Court of the world। And how many judges it has? It has 15 judges elected for 9 years, 9 ਸਾਲ ਲਈ ਚੁਣੇ ਜਾਂਦੇ ਹਨ। And after every 3 years 1/3 judges retire। So students main focus ਕੀ ਹੈ? To solve the disputes between the countries। ਆਈ ਹੋਪ ਕਿ ਸਟੂਡੈਂਟਸ ਤੁਹਾਨੂੰ ਇਸ ਦੇ ਬਾਰੇ ਵੀ ਸਮਝ ਆ ਗਿਆ ਕਿ ਜਿਹੜਾ ਇਹਦਾ 5th ਆਰਗਨ ਹੈ ਅੰਤਰਰਾਸ਼ਟਰੀ ਨਿਆਇਕ ਅਦਾਲਤ ਉਹ ਕੀ ਹੈ ਤੇ ਇਸ ਦੇ ਕੰਮ ਕੀ ਹਨ ਤੇ ਇਹਦੇ ਵਿੱਚ ਕਿੰਨੇ ਜੱਜ ਹੁੰਦੇ ਹਨ ਤੇ ਕਿੰਨੇ ਸਾਲਾਂ ਲਈ ਚੁਣੇ ਜਾਂਦੇ ਹਨ। ਨਾਓ 6th ਆਰਗਨ ਹੈ ਸਕੱਤਰੇਤ, ਸੈਕਟਰੀਏਟ। ਸਟੂਡੈਂਟਸ ਇਹ ਪਿਕਚਰ ਲੱਗੀ ਹੋਈ ਹੈ, ਇਹ ਇਹਨਾਂ ਦੇ ਜਨਰਲ ਸਕੱਤਰ ਹਨ। ਸੋ ਇਹਦੇ ਸਕੱਤਰੇਤ ਦੇ ਜਨਰਲ ਸਕੱਤਰ ਹੁੰਦੇ ਹਨ। ਇਹਨਾਂ ਦੇ ਨਾਲ 9 ਹੋਰ ਸਹਾਇਕ ਜਿਹੜੇ ਸਕੱਤਰ ਹਨ ਉਹ ਲਾਏ ਜਾਂਦੇ ਹਨ ਬਟ ਇਹ ਮੇਨ ਹੁੰਦੇ ਹਨ। ਇਹਨਾਂ ਦਾ ਨਾਮ ਕੀ ਹੈ? ਅੰਟੋਨੀਓ ਗਟਰਸ ਤੇ ਇਹ ਪੁਰਤਗਾਲ ਦੇ ਨਾਲ ਸੰਬੰਧਿਤ ਹਨ, ਪੁਰਤਗਾਲ ਤੋਂ ਹਨ। ਸੋ ਸਟੂਡੈਂਟਸ ਇਹ ਕੀ ਕੰਮ ਕਰਦੇ ਹਨ?
ਇਹਨਾਂ ਦਾ ਮੁੱਖ ਕੰਮ ਕੀ ਹੈ, ਇੱਕ ਪ੍ਰਬੰਧਕੀ ਅੰਗ ਹੈ ਤੇ ਜਿੰਨੇ ਵੀ ਫੈਸਲੇ ਜਾਂ ਡਿਸੀਜਨ ਜਿਹੜੇ ਬਾਕੀ ਆਰਗਨਸ ਦੇ ਦੁਆਰਾ, ਜਿਹੜੇ ਯੂਐਨਓ ਦੇ ਸੰਯੁਕਤ ਰਾਸ਼ਟਰ ਸੰਘ ਦੇ ਜਿਹੜੇ ਬਾਕੀ ਆਰਗਨਸ ਹਨ ਉਹਨਾਂ ਦੁਆਰਾ ਜਿਹੜੇ ਫੈਸਲੇ ਜਾਂ ਉਹ ਲੈ ਜਾਂਦੇ ਹਨ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਹੈ। ਸੋ ਸੈਕਟਰੀਏਟ ਇਜ਼ ਦਾ ਐਡਮਿਨਿਸਟ੍ਰੇਟਿਵ ਆਰਗਨ ਆਫ ਦਾ ਯੂਨਾਈਟਿਡ ਨੇਸ਼ਨਸ and it execute the policies and decisions taken by the other organs of the United Nations organizations, and except Secretary General there are 9 other assistant secretariats which help him. So I hope कि ਤੁਹਾਨੂੰ ਇਸ organ ਬਾਰੇ ਵੀ students ਸਮਝ ਆ ਗਿਆ। ਅੱਗੇ ਵਧਦੇ ਹਾਂ। ਹੁਣ ਅਸੀਂ students ਕੀਤਾ ਕਿ ਕੰਪੋਜੀਸ਼ਨ 'ਚ ਕੀ ਕੀਤਾ ਕਿ ਸੰਯੁਕਤ ਰਾਸ਼ਟਰ ਸੰਘ ਦੇ ਜਿਹੜੇ 6 ਆਰਗਨ ਹਨ ਉਹਨਾਂ ਨੂੰ ਅਲੱਗ-ਅਲੱਗ ਡਿਸਕ੍ਰਾਈਬ ਕੀਤਾ ਹੈ। ਤੁਹਾਨੂੰ ਉਹਦੇ ਤੇ ਸਟੂਡੈਂਟਸ ਪੂਰਾ ਫੁੱਲ ਫਲੈਜਡ 6 ਨੰਬਰ ਦਾ ਕੁਐਸਚਨ ਆ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੀ ਬਣਤਰ ਲਿਖੋ, ਜਿਹਦੇ 'ਚ ਤੁਸੀਂ 6 ਦੇ 6 ਆਰਗਨਸ ਨੂੰ ਯਾਦ ਕਰ ਲੈਣਾ ਹੈ। ਇਸ ਤੋਂ ਇਲਾਵਾ 2 ਨੰਬਰ ਦਾ ਕੁਐਸਚਨ ਆ ਸਕਦਾ ਹੈ ਜਿਹਦੇ 'ਚ ਸਿਰਫ 2 ਹੀ ਪੁੱਛੇ ਜਾ ਸਕਦੇ ਹਨ। 4 ਨੰਬਰ ਦਾ ਕੁਐਸਚਨ ਆ ਸਕਦਾ ਹੈ ਜਿਹਦੇ ਵਿੱਚ 3 ਜਾਂ 4 ਆਰਗਨਸ ਦੀ ਡਿਸਕ੍ਰਿਪਸ਼ਨ ਪੁੱਛੀ ਜਾ ਸਕਦੀ ਹੈ, ਜਾਂ ਸਿੰਪਲ 2 ਨੰਬਰ ਦਾ ਜਿਹਦੇ ਵਿੱਚ ਸਿਰਫ ਅੰਗਾਂ ਦੇ ਨਾਮ ਹੀ ਪੁੱਛੇ ਜਾ ਸਕਦੇ ਹਨ। ਨਾਓ ਸਟੂਡੈਂਟਸ, ਜਿਹੜੇ ਅੰਗ ਹਨ ਉਹ ਡਿਫਰੈਂਟ ਹਨ, ਪਰ ਸੰਯੁਕਤ ਰਾਸ਼ਟਰ ਸੰਘ ਦੀਆਂ ਕੁਝ ਏਜੰਸੀਜ਼ ਵੀ ਹਨ ਜਿਨ੍ਹਾਂ ਦੇ ਥਰੂ ਇਹ ਵਰਲਡ ਲੈਵਲ ਤੇ ਕੰਮ ਕਰਦਾ ਹੈ। ਹੁਣ ਅਸੀਂ ਜਾਣਾਂਗੇ ਸੰਯੁਕਤ ਰਾਸ਼ਟਰ ਦੀਆਂ ਵਿਸ਼ਿਸ਼ਟ ਏਜੰਸੀਆਂ, ਸਪੈਸ਼ਲਾਈਜ਼ਡ ਏਜੰਸੀਜ਼ ਆਫ ਯੂਨਾਈਟਿਡ ਨੇਸ਼ਨਸ। ਇਹ ਬੱਚਿਓ ਅੰਗਾਂ ਦੇ ਨਾਲੋਂ ਅਲੱਗ ਹਨ, ਇਹਨਾਂ ਤੇ ਤੁਹਾਨੂੰ ਅਲੱਗ ਕੁਐਸਚਨ ਆ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੀਆਂ ਵਿਸ਼ਿਸ਼ਟ ਏਜੰਸੀਆਂ ਦੇ ਕੋਈ 4 ਏਜੰਸੀਆਂ ਦੇ ਨਾਂ ਲਿਖੋ, ਕੋਈ 2 ਦੇ ਲਿਖੋ, ਕੋਈ 6 ਦੇ ਲਿਖੋ ਤੇ ਤੁਸੀਂ ਇਹ ਨਾਮ ਯਾਦ ਰੱਖ ਲੈਣੇ। ਸੋ ਪਹਿਲੀ ਹੈ ਸੰਯੁਕਤ ਰਾਸ਼ਟਰ ਸੰਘ ਦੀਆਂ ਵਿਸ਼ਿਸ਼ਟ ਏਜੰਸੀਆਂ ਦੀ ਰੂਪਰੇਖਾ ਇਸ ਤਰ੍ਹਾਂ ਹੈ। ਫਸਟ ਹੈ ਯੂਨੈਸਕੋ, ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ। ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਤੇ ਸੱਭਿਆਚਾਰਕ ਸੰਗਠਨ ਹੈ ਜਿਹੜਾ ਕਿ ਵਿਦਿਅਕ, ਵਿਗਿਆਨਕ ਤੇ ਸੱਭਿਆਚਾਰ ਦੇ ਖੇਤਰ 'ਚ ਜਿਹੜੀ ਏਜੰਸੀ ਕੰਮ ਕਰਦੀ ਹੈ। ਸੈਕਿੰਡ ਏਜੰਸੀ ਮੈਂ ਲਈ ਹੈ ILO, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਅੰਤਰਰਾਸ਼ਟਰੀ ਮਜ਼ਦੂਰ ਸੰਘ, ਜਿਹੜੀ ਕਿ ਮਜ਼ਦੂਰਾਂ ਦੇ ਵਿਕਾਸ ਲਈ ਇਹ ਏਜੰਸੀ ਕੰਮ ਕਰਦੀ ਹੈ। ਨਾਮ ਬੜਾ ਸੌਖਾ ਹੈ, ਯਾਦ ਰੱਖ ਲਿਓ। ਥਰਡ ਹੈ WHO, ਵਰਲਡ ਹੈਲਥ ਆਰਗੇਨਾਈਜੇਸ਼ਨ, ਵਿਸ਼ਵ ਸਿਹਤ ਸੰਗਠਨ। ਇਹ ਏਜੰਸੀ ਜਿਹੜੀ ਹੈ ਸਪੈਸ਼ਲਾਈਜ਼ਡ ਹੈ ਸਿਹਤ ਸੇਵਾਵਾਂ ਦੇ ਨਾਲ। ਦੈਨ ਹੈ FAQ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ। ਇਹ ਅੰਨ ਅਤੇ ਖੇਤੀਬਾੜੀ ਦੇ ਵਿਕਾਸ ਦੇ ਨਾਲ ਸੰਬੰਧਿਤ ਏਜੰਸੀ ਹੈ ਤੇ ਉਸ ਦੇ ਕੰਮ ਕਰਦੀ ਹੈ। ਸਟੂਡੈਂਟਸ ਨਾਮ ਰੱਖ ਲੈਣਾ ਯਾਦ। ਅੱਗੇ ਵਧਦੇ ਹਾਂ, ਹੋਰ ਵੀ ਏਜੰਸੀਜ਼ ਹੈ। IBRD, ਇੰਟਰਨੈਸ਼ਨਲ ਬੈਂਕ ਆਫ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਅੰਤਰਰਾਸ਼ਟਰੀ ਪੁਨਰ ਨਿਰਮਾਣ ਤੇ ਵਿਕਾਸ ਬੈਂਕ। ਇਤੋਂ ਜਿਹੜੇ ਡਿਵੈਲਪਿੰਗ ਕੰਟਰੀਜ਼ ਹਨ, ਜਿਹੜੇ ਪੂਅਰ ਕੰਟਰੀਜ਼ ਹਨ, ਉਹ ਕਰਜ਼ਾ ਲੈਂਦੇ ਹਨ ਤੇ ਆਪਣਾ ਪੁਨਰ ਡਿਵੈਲਪਮੈਂਟ ਕਰਦੇ ਹਨ। IBRD ਇਸ ਦੀ ਸ਼ਾਰਟ ਫਾਰਮ ਹੈ, ਨਾਮ ਯਾਦ ਰੱਖ ਲਿਓ। ਦੈਨ IMF, ਇੰਟਰਨੈਸ਼ਨਲ ਮੋਨਿਟਰੀ ਫੰਡ, ਅੰਤਰਰਾਸ਼ਟਰੀ ਮੁਦਰਾ ਫੰਡ, ਜਿਹੜਾ ਕਿ ਮੁਦਰਾ ਮਨੀ ਦੇ ਨਾਲ ਏਜੰਸੀ ਵਰਕ ਕਰਦੀ ਹੈ। ਦੈਨ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮਿਸ਼ਨ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ, ਜਿਹੜਾ ਕਿ ਮਨੁੱਖਾਂ ਦੇ ਕਲਿਆਣ ਤੇ ਉਹਨਾਂ ਦੇ ਅਧਿਕਾਰਾਂ ਦੇ ਨਾਲ ਸੰਬੰਧਿਤ ਏਜੰਸੀ ਕੰਮ ਕਰਦੀ ਹੈ। ਸੋ ਸਟੂਡੈਂਟਸ, ਇਹ ਮੈਂ ਕੁਝ ਏਜੰਸੀਜ਼ ਲਈਆਂ ਹਨ, ਤੁਸੀਂ ਇਹਨਾਂ ਦੇ ਨਾਮ ਯਾਦ ਰੱਖ ਲੈਣਾ। ਇਹਨਾਂ ਤੇ ਵੀ ਤੁਹਾਨੂੰ ਏਜੰਸੀਜ਼ ਦੇ ਨਾਮ ਪੁੱਛੇ ਜਾ ਸਕਦੇ ਹਾਂ। ਅੱਗੇ ਵਧਦੇ ਹਾਂ। ਹੁਣ ਅਸੀਂ ਜਾਣਾਂਗੇ ਕਿ ਸੰਯੁਕਤ ਰਾਸ਼ਟਰ ਸੰਘ ਹੋਂਦ ਵਿੱਚ ਆਇਆ ਤੇ ਇਹਦੀ ਇੰਪੋਰਟੈਂਸ ਕੀ ਹੈ ਤੇ ਇਹਦੇ ਉਦੇਸ਼ ਕੀ ਹਨ, ਇਹਦੀ ਐਗਜ਼ਿਸਟੈਂਸ ਦੇ। ਸੋ ਆਬਜੈਕਟਿਵਸ ਐਂਡ ਇੰਪੋਰਟੈਂਸ ਆਫ ਯੂਨਾਈਟਿਡ ਨੇਸ਼ਨ, ਸੰਯੁਕਤ ਰਾਸ਼ਟਰ ਦੀ ਮਹੱਤਤਾ ਤੇ ਉਦੇਸ਼। ਦਾ ਮੇਨ ਆਬਜੈਕਟਿਵਸ ਆਫ ਯੂਨਾਈਟਿਡ ਨੇਸ਼ਨਸ ਕੀ ਹਨ? ਫਸਟ, ਟੂ ਐਸਟੈਬਲਿਸ਼ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਸਥਾਪਿਤ ਕਰਨਾ। ਸਭ ਤੋਂ ਵੱਡਾ ਮੇਨ ਫੋਕਸ ਕੀ ਹੈ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੂੰ ਦੇਸ਼ਾਂ ਵੱਲੋਂ ਹੋਂਦ ਵਿੱਚ ਲਿਆਉਣ ਦਾ, ਤਾਂ ਕਿ ਸਾਨੂੰ 3rd ਵਰਲਡ ਵਾਰ ਜਿਹੜੀ ਹੈ ਉਹ ਫੇਸ ਨਾ ਕਰਨੀ ਪਏ। ਸੋ ਅੰਤਰਰਾਸ਼ਟਰੀ ਜਿਹੜੀ ਸ਼ਾਂਤੀ ਤੇ ਸੁਰੱਖਿਆ ਹੈ ਉਸ ਨੂੰ ਬਣਾਈ ਰੱਖਣ ਲਈ ਸਾਨੂੰ ਸੰਯੁਕਤ ਰਾਸ਼ਟਰ ਸੰਘ ਦੀ ਸਾਰੇ ਦੇਸ਼ਾਂ ਨੂੰ ਲੋੜ ਪਈ ਤੇ ਇਸ ਦਾ ਸੰਗਠਨ ਹੋਇਆ। ਸੋ ਇਹ ਇਸ ਦਾ ਮੇਨ ਆਬਜੈਕਟਿਵ ਤੇ ਇੰਪੋਰਟੈਂਸ ਹੈ। ਸੈਕੰਡ, ਟੂ ਟੇਕ ਐਡਿਕੁਏਟ ਸਟੈਪਸ ਟੂ ਅਵਰਟ ਵਾਰਸ, ਯੁੱਧਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ। ਇਹੋ ਜਿਹੀਆਂ ਪਾਲਿਸੀਜ਼ ਤੇ ਨੀਤੀਆਂ ਬਣਾਉਣੀਆਂ ਤਾਂ ਕਿ ਕੋਈ ਵੀ ਦੇਸ਼ ਫਰੀਕੁਐਂਟਲੀ ਕਿਸੇ ਦੂਜੇ ਦੇਸ਼ ਦੇ ਉੱਤੇ ਹਮਲਾ ਨਾ ਕਰ ਸਕੇ ਤੇ ਉਹ ਵਰਲਡ ਵਾਰ ਦਾ ਰੂਪ ਨਾ ਧਾਰ ਲੇ। ਸੋ ਇਹੋ ਜਿਹੇ ਠੋਸ ਕਦਮ ਚੁੱਕਣੇ ਜਿਸ ਦੇ ਨਾਲ
ਅੱਗੋਂ ਕੋਈ ਲੜਾਈ ਨਾ ਹੋਵੇ। ਜਦੋਂ ਵੀ ਕੋਈ ਦੇਸ਼ ਇੰਜ ਦੀ ਹਿੰਮਤ ਕਰਦਾ ਹੈ ਜਾਂ ਸਟੈਪਸ ਕਰਦਾ ਹੈ ਤਾਂ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ UN ਵੱਲੋਂ, ਤਾਂ ਕਿ ਉਹ ਜਿਹੜੀ ਹੈ ਉਹ ਲੜਾਈ ਹੈ ਉਹਨੂੰ ਖਤਮ ਕੀਤਾ ਜਾਵੇ ਤੇ ਗੱਲਬਾਤ ਦੇ ਨਾਲ ਜਿਹੜੇ ਸਿੱਟੇ ਹਨ, ਜਿਹੜੀ ਨੈਗੋਸ਼ੀਏਸ਼ਨ ਦੇ ਨਾਲ ਸਮੱਸਿਆ ਜਿਹੜੀ ਹੈ ਉਹ ਹੱਲ ਕੀਤੀ ਜਾਵੇ। ਨਾਓ ਟੂ ਐਸਟੈਬਲਿਸ਼ ਫ੍ਰੈਂਡਲੀ ਰਿਲੇਸ਼ਨਸ ਅਮੰਗ ਦਾ ਡਿਫਰੈਂਟ ਕੰਟਰੀਜ਼। ਥਰਡ ਮੇਨ ਆਬਜੈਕਟਿਵ ਐਂਡ ਇੰਪੋਰਟੈਂਸ ਜਿਹੜੀ ਹੈ ਉਹ ਸੰਯੁਕਤ ਰਾਸ਼ਟਰ ਸੰਘ ਦੀ ਉਹ ਇਹ ਹੈ ਕਿ ਵੱਖ-ਵੱਖ ਰਾਸ਼ਟਰਾਂ ਵਿੱਚ ਸਮਾਨਤਾ ਦੇ ਆਧਾਰ ਤੇ ਮਿੱਤਰਤਾਪੂਰਵਕ ਸੰਬੰਧ ਕਾਇਮ ਕਰਨੇ। ਸੋ ਸਟੂਡੈਂਟਸ, ਐਕਚੁਅਲੀ UN ਦਾ ਮੁੱਖ ਮਕਸਦ ਹੀ ਕੀ ਹੈ ਕਿ ਜਿਹੜੇ ਦੇਸ਼ ਹਨ ਉਹ ਦੁਨੀਆ ਦੇ ਉਹ ਫਰੈਂਡਲੀ ਰਹਿਣ, ਪੀਸਫੁਲੀ ਰਹਿਣ, ਕੋਆਪਰੇਸ਼ਨ ਦੇ ਨਾਲ ਰਹਿਣ ਤੇ ਆਪਣੀ ਜਿਹੜੀ ਤਰੱਕੀ ਹੈ ਉਹ ਕਰਨ। ਇਸ ਕਰਕੇ ਵੱਧ ਤੋਂ ਵੱਧ ਮਿੱਤਰਤਾਪੂਰਵਕ ਸੰਬੰਧ ਜਿਹੜੇ ਹਨ ਉਹ ਅਲੱਗ-ਅਲੱਗ ਦੇਸ਼ਾਂ 'ਚ ਕਾਇਮ ਕਰਨੇ ਸੰਯੁਕਤ ਰਾਸ਼ਟਰ ਸੰਘ ਦਾ ਇਹ ਵੀ ਮਹੱਤਤਾ ਤੇ ਉਦੇਸ਼ ਹੈ। ਅੱਗੇ ਵਧਦੇ ਹਾਂ। ਟੂ ਪ੍ਰਮੋਟ ਇਕਨੋਮਿਕ, ਸੋਸ਼ਲ, ਕਲਚਰਲ ਐਂਡ ਹਿਊਮਨ ਰਿਲੇਸ਼ਨਸ਼ਿਪ ਐਟ ਇੰਟਰਨੈਸ਼ਨਲ ਲੈਵਲ। ਫੋਰਥ ਉਦੇਸ਼ ਕੀ ਹੈ, ਇੰਪੋਰਟੈਂਸ ਕੀ ਹੈ? ਅੰਤਰਰਾਸ਼ਟਰੀ ਆਰਥਿਕ, ਸਮਾਜਿਕ, ਸੱਭਿਆਚਾਰ ਤੇ ਮਨੁੱਖੀ ਮਿਲਵਰਤਨ ਜਿਹੜਾ ਹੈ ਅਲੱਗ-ਅਲੱਗ ਦੇਸ਼ਾਂ ਵਿੱਚ ਵਧਾਉਣਾ, ਤਾਂ ਕਿ ਹਰ ਦੇਸ਼ ਦਾ ਜਿਹੜਾ ਮਨੁੱਖ ਹੈ ਉਹ ਇੱਕ ਹੀ ਦੇਸ਼ ਦਾ ਮਨੁੱਖ ਨਾ ਆਪਣੇ ਆਪ ਨੂੰ ਸਮਝੇ, ਬਲਕਿ ਸਾਰੀ ਦੁਨੀਆ ਦਾ ਸਾਂਝਾ ਵਿਅਕਤੀ ਸਮਝੇ ਤੇ ਮਨੁੱਖ ਜਿਹੜੇ ਹਨ, ਜਿਹੜੀ ਮਨੁੱਖੀ ਜਾਤ ਹੈ, ਇਸ ਦਾ ਕਲਿਆਣ ਹੋਵੇ ਤੇ ਉਹ ਪੀਸਫੁਲੀ ਜਿਹੜੇ ਰਹਿਣ, ਉਹ ਬਲਕਿ ਫਰੈਂਡਲੀ ਰਹਿਣ। ਸੋ ਆਰਥਿਕ, ਸਮਾਜਿਕ, ਸੱਭਿਆਚਾਰਕ ਦੇ ਮਨੁੱਖੀ ਮਿਲਵਰਤਨ ਨੂੰ ਵਧਾਉਣਾ ਜਿਹੜਾ ਹੈ ਉਹ ਸੰਯੁਕਤ ਰਾਸ਼ਟਰ ਸੰਘ ਦਾ ਮੁੱਖ ਉਦੇਸ਼ ਹੈ। ਟੂ ਪ੍ਰਮੋਟ ਐਂਡ ਇਨਕਰੇਜ ਰਿਲੇਸ਼ਨਸ਼ਿਪ ਅਮੰਗ ਦਾ ਡਿਫਰੈਂਟ ਕੰਟਰੀਜ਼। ਕੀ ਕਰਨਾ ਹੈ? ਵੱਖ-ਵੱਖ ਦੇਸ਼ਾਂ ਦੇ ਵਿੱਚ ਪ੍ਰਮੋਟ ਕਰਨਾ ਹੈ, ਇਨਕਰੇਜ ਕਰਨਾ ਹੈ ਰਿਲੇਸ਼ਨਸ ਨੂੰ, ਜਿਹੜੇ ਸਬੰਧ ਹਨ ਉਹਨਾਂ ਨੂੰ ਵਧਾਉਣਾ ਹੈ, ਉਹਨਾਂ ਨੂੰ ਪ੍ਰਮੋਟ ਕਰਨਾ ਹੈ। ਸੰਯੁਕਤ ਰਾਸ਼ਟਰ ਸੰਘ ਦਾ ਉਦੇਸ਼ ਹੈ ਤੇ ਇਸ ਨੂੰ ਅਚੀਵ ਕਰਨ ਲਈ ਸਫਲਤਾਪੂਰਵਕ ਆਪ UN ਇੱਕ ਕੇਂਦਰ ਦੀ ਤਰ੍ਹਾਂ ਕੰਮ ਕਰੇਗਾ, ਇੱਕ ਸੈਂਟਰਲ ਪੁਆਇੰਟ ਦੀ ਤਰ੍ਹਾਂ ਕੰਮ ਕਰੇਗਾ ਤੇ ਦੇਸ਼ਾਂ ਦੇ ਜਿਹੜੇ ਆਪਸੀ ਸਬੰਧ ਹਨ ਉਹਨਾਂ ਨੂੰ ਬੜਾਵਾ ਦੇਵੇਗਾ। ਸੋ ਸਟੂਡੈਂਟਸ, ਇਹ ਅਸੀਂ ਇਹਦੀ ਇੰਪੋਰਟੈਂਸ ਤੇ ਆਬਜੈਕਟਿਵ ਕੀਤੇ ਹਨ ਸੰਯੁਕਤ ਰਾਸ਼ਟਰ ਸੰਘ ਦੇ। ਇੱਥੇ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਰਾਈਟ ਡਾਊਨ ਦਾ ਆਬਜੈਕਟਿਵਸ ਐਂਡ ਇੰਪੋਰਟੈਂਸ ਆਫ ਦਾ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨਸ। ਸੋ ਮੈਂ ਹੁਣੇ ਕੀਤੇ ਹਨ। ਆਈ ਹੋਪ ਕਿ ਯੂ ਕੈਨ ਰਾਈਟ ਵੈਲ। ਅੱਗੇ ਵਧਦੇ ਹਾਂ। ਨਾਓ ਸਟੂਡੈਂਟਸ, ਮੈਂ ਕੁਝ ਕੁਐਸਚਨਸ ਲਏ ਹਨ। ਸੋ ਇਹ ਕੁਐਸਚਨ ਜਿਹੜੇ ਮੈਂ ਲਏ ਹਨ ਇਹ ਆਪਾਂ ਸਲਾਈਡ ਦੇ ਵਿੱਚ ਵੀਡੀਓ ਲੈਸਨ 'ਚ ਬੜੀ ਅੱਛੀ ਤਰ੍ਹਾਂ ਡਿਸਕਸ ਕੀਤੇ ਹਨ। ਸੋ ਇਹਨਾਂ ਦੇ ਆਨਸਰਸ ਤੁਸੀਂ ਆਪਣੀਆਂ ਕਾਪੀਜ਼ ਤੇ ਲਿਖਣੇ ਹਨ ਜਦੋਂ ਇਹ ਤੁਸੀਂ ਵੀਡੀਓ ਲੈਸਨ ਦੇਖੋਗੇ। ਪਹਿਲਾ ਹੈ ਵਾਟ ਇਜ਼ ਯੂਨਾਈਟਿਡ ਨੇਸ਼ਨਸ। ਇਹ ਕੀ ਹੈ? ਸੰਯੁਕਤ ਰਾਸ਼ਟਰ ਸੰਘ ਕੀ ਹੈ? ਇਹਦੇ ਬਾਰੇ ਲਿਖਣਾ ਹੈ ਕਿ ਅੰਤਰਰਾਸ਼ਟਰੀ ਸੰਗਠਨ ਹੈ ਤੇ ਇਹ ਵਰਡ ਸ਼ਾਂਤੀ ਲਈ ਬਣਾਇਆ ਗਿਆ ਹੈ। ਦੈਨ ਵੈਨ ਵਾਜ਼ ਯੂਨਾਈਟਿਡ ਨੇਸ਼ਨ ਕੇਮ ਇਨਟੂ ਐਗਜ਼ਿਸਟੈਂਸ। ਇਹ ਕਦੋਂ ਹੋਂਦ ਵਿੱਚ ਆਇਆ? ਐਂਡ ਵਾਈ ਵਾਜ਼ ਇਟ ਇਜ਼ ਨੀਡਡ। ਤੇ ਇਸ ਦੀ ਜ਼ਰੂਰਤ ਕਿਉਂ ਪਈ? ਇਹ ਅਸੀਂ ਆਪਣੇ ਲੈਸਨ 'ਚ ਹੁਣੇ ਡਿਸਕਸ ਕੀਤਾ ਹੈ। ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤੁਸੀਂ ਇਸ ਦਾ ਆਨਸਰ ਆਪ ਲਿਖੋਗੇ ਕਿ ਇਹਦੀ ਲੋੜ ਸਾਨੂੰ ਕਿਉਂ ਪਈ ਸੀ ਦੁਨੀਆ ਦੀ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ। ਰਾਈਟ ਡਾਊਨ ਡੇਟਸ ਆਫ ਰੀਜਨ ਆਫ ਯੂਨਾਈਟਿਡ ਨੇਸ਼ਨ। ਕਿਹੜੀ ਡੇਟ ਨੂੰ ਇਹ ਆਇਆ ਸੀ ਹੋਂਦ ਵਿੱਚ? ਐਂਡ ਵੇਅਰ ਇਜ਼ ਇਟਸ ਆਫਿਸ। ਤੇ ਇਹਦਾ ਮੇਨ ਆਫਿਸ ਜਿਹੜਾ ਹੈ ਉਹ ਕਿੱਥੇ ਹੈ? ਇਹ ਵੀ ਆਨਸਰ ਤੁਸੀਂ ਜਦੋਂ ਲੈਸਨ ਦੇਖੋਗੇ ਉਹਦੇ ਵਿੱਚੋਂ ਦਓਗੇ ਮੈਨੂੰ। ਦੈਨ ਵਟ ਇਜ਼ ਦਾ ਏਮ ਐਂਡ ਇੰਪੋਰਟੈਂਸ ਆਫ ਯੂਨਾਈਟਿਡ ਨੇਸ਼ਨ। ਅਸੀਂ ਹੁਣੇ ਹੀ ਇਹਦੇ 5 ਪੁਆਇੰਟਸ ਕੀਤੇ ਹਨ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਜਿਹੜੀ ਹੈ ਇਹਦੇ ਆਬਜੈਕਟਿਵਸ ਕੀ ਹਨ, ਇਹਦੀ ਇੰਪੋਰਟੈਂਸ ਕੀ ਹੈ, ਵਰਲਡ ਪੀਸ ਹੈ ਤੇ ਫਰੈਂਡਲੀ ਰਿਲੇਸ਼ਨਸ ਦੇਸ਼ਾਂ ਦੇ ਵਿੱਚ ਕਾਇਮ ਕਰਨੇ ਹਨ ਤਾਂ ਕਿ ਦੇਸ਼ ਜਿਹੜੇ ਹਨ ਉਹ ਆਪਸ ਵਿੱਚ ਫਰੈਂਡਲੀ ਜਿਹੜੇ ਹਨ ਉਹ ਪ੍ਰਮੋਸ਼ਨ ਉਸ ਨੂੰ ਦੇਣ, ਫਰੈਂਡਸ਼ਿਪ ਨੂੰ ਪ੍ਰਮੋਸ਼ਨ ਦੇਣ ਤੇ ਵਰਲਡ ਪੀਸ ਜਿਹੜੀ ਹੈ ਉਹ ਬਣੀ ਰਹੇ। ਦੈਨ ਡਿਸਕ੍ਰਾਈਬ ਦਾ ਕੰਪੋਜੀਸ਼ਨ ਆਫ ਯੂਨਾਈਟਿਡ ਨੇਸ਼ਨਸ। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਕੰਪੋਜੀਸ਼ਨ ਕੀ ਹੈ? ਇਹਦੇ 'ਚ ਆਪਾਂ 6 ਆਰਗਨਸ ਬੱਚੇ ਉਹ ਡਿਸਕਸ ਕੀਤੇ ਸੀ, ਬਣਤਰ ਕੀਤੀ ਸੀ। ਆਈ ਹੋਪ ਕਿ ਤੁਸੀਂ ਉਹਨਾਂ ਨੂੰ ਵੀਡੀਓ ਜਦੋਂ ਦੇਖੋਗੇ ਤੁਸੀਂ ਬੜੀ ਅੱਛੀ ਤਰ੍ਹਾਂ ਨਾਲ ਲਿਖ ਸਕਦੇ ਹੋ। ਸੋ ਸਟੂਡੈਂਟਸ, ਇਹ ਅਸੀਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਪਹਿਲਾ ਪਾਰਟ ਕੀਤਾ ਹੈ। ਸੈਕੰਡ ਪਾਰਟ ਅਸੀਂ ਅਗਲੇ ਟੌਪਿਕ 'ਚ ਕਰਾਂਗੇ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ। ਥੈਂਕ ਯੂ ਵੈਰੀ ਮਚ। ਹੈਵ ਏ ਨਾਈਸ ਡੇ।